ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਕਿ ਇਨਫਰਟੀਲਿਟੀ ਹਾਰਮੋਨਲ ਇੰਬੈਲੈਂਸ ਜਿਹੜੇ ਆਪਣੇ ਹੁੰਦੇ ਨੇ ਹਨਾ ਤੇ ਹੇਅਰ ਫਾਲ ਐਕਨੇ ਇਹ ਸਾਰੀਆਂ ਚੀਜ਼ਾਂ ਇੱਕ ਹਾਰਮੋਨਲ ਇੰਬੈਲੈਂਸ ਦੀਆਂ ਨਿਸ਼ਾਨੀਆਂ ਨੇ ਹਨਾ ਬਟ ਲੋਕ ਇਹਨੂੰ ਸੋਚਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਨੂੰ ਮਤਲਬ ਲਾਈਟਲੀ ਲੈਂਦੇ ਨੇ ਹਨਾ ਤੇ ਬਹੁਤ ਸਾਰੇ ਡਾਕਟਰਸ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਮੈਡੀਸਿਨਸ ਖਾਂਦੇ ਨੇ ਤਾਂ ਉਹਨਾਂ ਦੇ ਸਾਈਡ ਇਫੈਕਟ ਹੋਰ ਜ਼ਿਆਦਾ ਆਉਣ ਲੱਗ ਜਾਂਦੇ ਨੇ ਤੇ ਤੁਸੀਂ ਪਹਿਲਾਂ ਇਹ ਦੱਸੋ ਵੀ ਇਹ ਹਾਰਮੋਨਲ ਇੰਬੈਲੈਂਸ ਹੈ ਕੀ ਗਲੈਂਡਸ ਜਿਹੜੇ ਤੁਹਾਡੀ ਪੂਰੀ ਬਾਡੀ ਦੇ ਵਿੱਚ ਪਏ ਆ ਤੇ ਅਲੱਗ-ਅਲੱਗ ਤਰ੍ਹਾਂ ਦੇ ਗਲੈਂਡ ਜਿਹੜੇ ਉਹ ਅਲੱਗ-ਅਲੱਗ ਤਰ੍ਹਾਂ ਦਾ ਕੰਮ ਕਰਦੇ ਆ ਅਗਰ ਤੁਹਾਡੀ ਬਾਡੀ ਦੇ ਵਿੱਚ ਸਟ੍ਰੈਸ ਹੈ ਤਾਂ ਤੁਹਾਨੂੰ ਕੋਰਟੀਸੋਲ ਜਿਹੜਾ ਹਾਰਮੋਨ ਹੈ ਉਹ ਰਿਲੀਜ਼ ਹੋਏਗਾ ਉਹ ਕੀ ਕਰੇਗਾ ਤੁਹਾਡੇ ਹਾਰਟ ਬੀਟ ਨੂੰ ਫਾਸਟ ਕਰ ਦੇਗਾ ਤੇ ਉਸ ਦੇ ਨਾਲ ਤੁਹਾਨੂੰ ਡਾਇਬੀਟੀਜ਼ ਵੀ ਹੋ ਸਕਦੀ ਹੈ ਪੀਸੀਓਡੀ ਕੀ ਹੈ ਪਹਿਲਾਂ ਤੁਸੀਂ ਉਹ ਦੱਸੋ ਫਿਰ ਉਸ ਤੋਂ ਬਾਅਦ ਇਹ ਵੀ ਦੱਸੋ ਕਿ ਪੀਸੀਓਡੀ ਹੀ ਇਕੱਲੀ ਹਾਰਮੋਨਲ ਇੰਬੈਲੈਂਸ ਦੇ ਵਿੱਚ ਆਉਂਦੀ ਹੈ ਜਾਂ ਫਿਰ ਹਾਰਮੋਨਲ ਇੰਬੈਲੈਂਸ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਆ ਸਕਦੀਆਂ ਨੇ ਹਾਰਮੋਨ ਜਾ ਕੇ ਸਭ ਤੋਂ ਪਹਿਲਾਂ ਅਟੈਕ ਕਰਨਗੇ ਤੁਹਾਡੇ ਡਾਈਜੈਸਟਿਵ ਸਿਸਟਮ ਦੇ ਉੱਤੇ ਜਾਂ ਤੁਹਾਡੀ ਭੁੱਖ ਘਟਣ ਲੱਗ ਜਾਏਗੀ ਜਾਂ ਫਿਰ ਵਧਣ ਲੱਗ ਜਾਏਗੀ ਇਸ ਦੇ ਨਾਲ ਇਹ ਹੋਏਗਾ ਠੀਕ ਹੈ ਸੋ ਤੁਹਾਡਾ weight gain ਹੋਣਾ ਚਾਹੀਦਾ stress is the biggest key of your hormone imbalance ਸਤਿ ਸ਼੍ਰੀ ਅਕਾਲ ਮੈਂ ਨਿਤਿਕਾ ਤੇ ਲੈ ਕੇ ਹਾਜ਼ਰ ਹੋਈਆਂ ਪ੍ਰੋਗਰਾਮ ਵਿਮਨ ਸਪੈਸ਼ਲ ਤੇ ਵਿਮਨ ਸਪੈਸ਼ਲ ਦੇ ਇੱਕ ਹੋਰ ਖਾਸ ਸੈਸ਼ਨ ਦੇ ਵਿੱਚ ਅੱਜ ਸਾਡੇ ਨਾਲ ਨੇ ਬਹੁਤ ਹੀ ਖਾਸ ਗੈਸਟ ਆਯੁਰਵੇਦਾ ਵੈਲਨੈਸ ਕੋਚ ਯੋਗਾ ਐਕਸਪਰਟ ਤੇ ਫਾਊਂਡਰ ਆਫ ਯੋਗੀਫਾਈ ਲਾਈਫ ਡਾਕਟਰ ਰੁਪਿੰਦਰ ਕੌਰ ਮੈਮ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਨਿਤਿਕਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਹਾਨੂੰ ਵੀ ਔਰ ਸਾਂਝੀ ਸੋਚ ਟੀਵੀ ਨੂੰ ਵੀ ਜਿਨ੍ਹਾਂ ਨੇ ਕਿ ਮੈਨੂੰ ਇਹ ਮੌਕਾ ਦਿੱਤਾ ਕਿ ਅਸੀਂ ਵੂਮਨ ਦੇ ਲਈ ਕੁਝ ਅੱਗੇ ਲੈ ਕੇ ਆਈਏ ਉਹਨਾਂ ਦੀ ਹੈਲਥ ਦੇ ਉੱਤੇ ਗੱਲ ਕਰ ਸਕੀਏ ਥੈਂਕ ਯੂ ਸੋ ਮਚ ਜੀ ਸੋ ਮੈਮ ਜਿਵੇਂ ਕਿ ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਕਿ ਇਨਫਰਟੀਲਿਟੀ ਹਾਰਮੋਨਲ ਇੰਬੈਲੈਂਸ ਜਿਹੜੇ ਆਪਣੇ ਹੁੰਦੇ ਨੇ ਹਨਾ ਤੇ ਹੇਅਰ ਫਾਲ ਐਕਨੇ ਇਹ ਸਾਰੀਆਂ ਚੀਜ਼ਾਂ ਇੱਕ ਹਾਰਮੋਨਲ ਇੰਬੈਲੈਂਸ ਦੀਆਂ ਨਿਸ਼ਾਨੀਆਂ ਨੇ ਹਨਾ ਬਟ ਲੋਕ ਇਹਨੂੰ ਸੋਚਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਨੂੰ ਮਤਲਬ ਲਾਈਟਲੀ ਲੈਂਦੇ ਨੇ ਹਨਾ ਤੇ ਬਹੁਤ ਸਾਰੇ ਡਾਕਟਰਸ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਮੈਡੀਸਿਨਸ ਖਾਂਦੇ ਨੇ ਤਾਂ ਉਹਨਾਂ ਦੇ ਸਾਈਡ ਇਫੈਕਟ ਹੋਰ ਜ਼ਿਆਦਾ ਆਉਣ ਲੱਗ ਜਾਂਦੇ ਨੇ ਤੇ ਤੁਸੀਂ ਪਹਿਲਾਂ ਇਹ ਦੱਸੋ ਵੀ ਇਹ ਹਾਰਮੋਨਲ ਇੰਬੈਲੈਂਸ ਹੈ ਕੀ ਦੇਖੋ ਜਦੋਂ ਇੱਕ ਵਰਡ ਦੇ ਅੱਗੇ ਅਸੀਂ ਇੰਬੈਲੈਂਸ ਲਗਾ ਦਿੱਤਾ ਠੀਕ ਹੈ ਸੋ ਇਟ ਮੀਨਸ ਕਿ ਉਹਦੀ ਜਿਹੜੀ ਇੱਕ ਨਿਰਯਾਤ ਅਮਾਉਂਟ ਦੇ ਵਿੱਚ ਜਿਹੜੀ ਸਾਨੂੰ ਬਾਡੀ ਦੇ ਵਿੱਚ ਚਾਹੀਦਾ ਸੀ ਉਹ ਹਿਲ ਚੁੱਕਿਆ ਹੁਣ ਤਾਂ ਸਾਡਾ ਜਿਹੜਾ ਬ੍ਰੇਨ ਹੈ ਉਸ ਦੇ ਵਿੱਚ ਇੱਕ ਪਿੱਛੇ ਇੱਕ ਗਲੈਂਡ ਹੁੰਦਾ ਜੋ ਇਸ ਪੂਰੇ ਦੇ ਪੂਰੇ ਬਾਡੀ ਦੇ ਵਿੱਚ ਤੁਹਾਡੇ ਕੈਮੀਕਲਸ ਸਬਸਟੈਂਸਸ ਨੂੰ ਸੈਂਡ ਕਰਦਾ ਤੇ ਜਦੋਂ ਉਹ ਘੱਟ ਜਾਂ ਵੱਧ ਹੋ ਜਾਂਦੇ ਆ ਤਾਂ ਅਸੀਂ ਉਸ ਨੂੰ ਕਹਿੰਦੇ ਆ ਹਾਰਮੋਨਲ ਇੰਬੈਲੈਂਸ ਤੇ ਇਸ ਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਬਾਡੀ ਦੇ ਵਿੱਚ ਆਉਂਦੀਆਂ ਜੀ ਤੇ ਜੇ ਅਗਰ ਆਪਾਂ ਇੱਕ ਆਮ ਇਨਸਾਨ ਨੂੰ ਸਮਝਾਉਣਾ ਹੋਵੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਹਾਰਮੋਨਲ ਇੰਬੈਲੈਂਸ ਹੈ ਕੀ ਤੇ ਇਹ ਵਰਕ ਕਿੱਦਾਂ ਕਰਦਾ ਇਹਨੂੰ ਬੈਲੈਂਸ ਕਿਸ ਤਰੀਕੇ ਨਾਲ ਰੱਖਿਆ ਜਾ ਸਕਦਾ ਹੈ ਸੋ ਆਪਾਂ ਕੀ ਕਹਿ ਸਕਦੇ ਹਾਂ ਕਿ ਵੀ ਉਹਨਾਂ ਨੂੰ ਸਮਝਾਇਆ ਕਿਸ ਤਰੀਕੇ ਨਾਲ ਜਾ ਸਕਦਾ ਕਿ ਰੂਟੀਨ ਲਾਈਫ ਦੇ ਵਿੱਚ ਐਸੀ ਕਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜੋ ਖਾਣੀਆਂ ਚਾਹੀਦੀਆਂ ਨੇ ਐਸੀਆਂ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਯਾਨੀ ਕਿ ਇਹਨਾਂ ਦੇ ਸਿੰਪਟਮਸ ਜਿਹੜੇ ਨੇ ਉਹ ਕਿੱਥੋਂ ਸ਼ੁਰੂ ਹੁੰਦੇ ਨੇ ਬਹੁਤ ਹੀ ਜ਼ਿਆਦਾ ਵਧੀਆ ਤੇ ਗਹਿਰਾ ਕੁਐਸਚਨ ਪੁੱਛਿਆ ਤੇ ਇਸ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਅਸੀਂ ਕਵਰ ਕਰਾਂਗੇ ਜੀ ਫਸਟ ਥਿੰਗ ਜਿਹੜੀ ਹੈ ਕਿ ਇੱਕ ਆਮ ਆਦਮੀ ਨੂੰ ਜਦੋਂ ਮੈਂ ਦੱਸਣਾ ਹੈ ਕਿ ਤੁਹਾਨੂੰ ਹਾਰਮੋਨਲ ਇੰਬੈਲੈਂਸ ਹੋ ਰੱਖਿਆ ਤਾਂ ਉਹ ਕਿਸ ਤਰ੍ਹਾਂ ਦੱਸਾਂਗੇ ਅਸੀਂ ਦੇਖੋ ਤੁਹਾਡੀ ਜਿਹੜੀ ਇੱਕ ਘਰ ਦੀ ਕਿਚਨ ਹੈ ਉਹਦੇ ਵਿੱਚ ਤੁਸੀਂ ਕਿੰਨੇ ਹੀ ਤਰ੍ਹਾਂ ਦੇ ਮਸਾਲੇ ਲੈ ਕੇ ਆਉਂਦੇ ਹੋ ਹਲਦੀ ਹੈ ਤੁਹਾਡੇ ਕੋਲ ਹਰੀ ਮਿਰਚ ਹੈ ਲਾਲ ਮਿਰਚ ਹੈ ਠੀਕ ਹੈ ਸੋ ਇਹਨਾਂ ਸਾਰੇ ਮਸਾਲਿਆਂ ਨੂੰ ਅਸੀਂ ਇੱਕ ਪ੍ਰੋਪਰ ਅਮਾਉਂਟ ਦੇ ਵਿੱਚ ਜਦੋਂ ਸਬਜ਼ੀ ਦੇ ਵਿੱਚ ਪਾਉਂਦੇ ਆ ਤਾਂ ਹੀ ਉਹ ਸਵਾਦ ਵਾਲੀ ਸਬਜ਼ੀ ਬਣਦੀ ਹੈ ਲੇਕਿਨ ਜੇ ਤੁਸੀਂ ਕਿਸੇ ਵੀ ਚੀਜ਼ ਦੇ ਅਮਾਉਂਟ ਨੂੰ ਜ਼ਿਆਦਾ ਜਾਂ ਘੱਟ ਕਰ ਦਿੰਦੇ ਹੋ ਤਾਂ ਤੁਹਾਡੀ ਬਾਡੀ ਜਿਹੜੀ ਉਹ ਸਬਜ਼ੀ ਹੋਏਗੀ ਉਹ ਖਰਾਬ ਹੋ ਜਾਏਗੀ ਇਸੇ ਤਰ੍ਹਾਂ ਜਿਹੜੀ ਸਾਡੀ ਬਾਡੀ ਦੇ ਵਿੱਚ ਜਿਹੜੇ ਹਾਰਮੋਨਸ ਹੈ ਜੋ ਇੱਕ ਪ੍ਰੋਪਰ ਅਮਾਉਂਟ ਦੇ ਵਿੱਚ ਆਣਗੇ ਤਾਂ ਹੀ ਉਹ ਠੀਕ ਰਹਿਣਗੇ ਨਹੀਂ ਤਾਂ ਉਹਨਾਂ ਦੇ ਵਿੱਚ ਪ੍ਰੋਬਲਮ ਆ ਜਾਏਗੀ ਤਾਂ ਜਿਹੜੇ ਹਾਰਮੋਨਸ ਹੈ ਉਹ ਕਿੱਥੋਂ ਸਿਕਰੀਟ ਹੋ ਰਹੇ ਆ ਤੁਹਾਡੇ ਗਲੈਂਡਸ ਦੇ ਵਿੱਚੋਂ ਤੇ ਉਹ ਗਲੈਂਡਸ ਜਿਹੜੇ ਤੁਹਾਡੀ ਪੂਰੀ ਬਾਡੀ ਦੇ ਵਿੱਚ ਪਏ ਆ ਤੇ ਅਲੱਗ-ਅਲੱਗ ਤਰ੍ਹਾਂ ਦੇ ਗਲੈਂਡ ਜਿਹੜੇ ਉਹ ਅਲੱਗ-ਅਲੱਗ ਤਰ੍ਹਾਂ ਦਾ ਕੰਮ ਕਰਦੇ ਆ ਅਗਰ ਤੁਹਾਡੀ ਬਾਡੀ ਦੇ ਵਿੱਚ ਸਟ੍ਰੈਸ ਹੈ ਤਾਂ ਤੁਹਾਨੂੰ ਕੋਰਟੀਸੋਲ ਜਿਹੜਾ ਹਾਰਮੋਨ ਹੈ ਉਹ ਰਿਲੀਜ਼ ਹੋਏਗਾ ਉਹ ਕੀ ਕਰੇਗਾ ਤੁਹਾਡੇ ਹਾਰਟ ਬੀਟ ਨੂੰ ਫਾਸਟ ਕਰ ਦੇਗਾ ਤੇ ਉਸ ਦੇ ਨਾਲ ਤੁਹਾਨੂੰ ਡਾਇਬੀਟੀਜ਼ ਵੀ ਹੋ ਸਕਦੀ ਹੈ ਠੀਕ ਹੈ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ ਹੋਰ ਪ੍ਰੋਬਲਮਸ ਵੀ ਜਿਹੜੀਆਂ ਇਹਨਾਂ ਨਾਲ ਹੋਣਗੀਆਂ ਤਾਂ ਜਿਹੜੇ ਤੁਹਾਡੇ ਗਲੈਂਡਸ ਹੈ ਉਹ ਤੁਸੀਂ ਸਮਝ ਲਓ ਇੱਕ ਡਾਕ ਘਰ ਹੈ ਠੀਕ ਹੈ ਪੋਸਟ ਆਫਿਸ ਹੈ ਤੇ ਉਹਨਾਂ ਕੋਲ ਬਹੁਤ ਸਾਰੇ ਮੈਸੇजेस ਪਏ ਹੈ ਤੇ ਜਿਹੜੇ ਮੈਸੇजेस ਹੈ ਉਹ ਤੁਹਾਡੇ ਹਾਰਮੋਨਸ ਹੈ ਤਾਂ ਉਹ ਹਾਰਮੋਨਸ ਉਹ ਵਾਲੇ ਮੈਸੇजेस ਨੂੰ ਲੈ ਕੇ ਜਾ ਰਹੇ ਅੱਗੇ ਬਾਡੀ ਦੇ ਵਿੱਚ ਤਾਂ ਇਹ ਕੰਮ ਜਿਹੜਾ ਲੇਕਿਨ ਉਹ ਬੈਲੈਂਸ ਜਿਹੜਾ ਤੁਹਾਡਾ ਹਾਰਮੋਨ ਹੈ ਉਹ ਠੀਕ ਜਗ੍ਹਾ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ ਵੱਧ ਜਾ ਰਿਹਾ ਘਟ ਜਾ ਰਿਹਾ ਉਹ ਹਾਰਮੋਨਲ ਇੰਬੈਲੈਂਸ ਹੈ ਤਾਂ ਇੱਕ ਆਮ ਆਦਮੀ ਨੂੰ ਅਸੀਂ ਕਵਾਂਗੇ ਕਿ ਚਿੱਠੀ ਜਿਹੜੀ ਹੈ ਉਹ ਸਹੀ ਪਤੇ ਤੇ ਪਹੁੰਚੀ ਕਿ ਨਹੀਂ ਪਹੁੰਚੀ ਦੈਟ ਇਜ਼ ਹਾਰਮੋਨਲ ਇੰਬੈਲੈਂਸ ਬਿਲਕੁਲ ਹੁਣ ਜਿਵੇਂ ਮੈਮ ਜ਼ਿਆਦਾਤਰ ਲੋਕ ਜਿਹੜੇ ਨੇ ਇਹ ਸੋਚਦੇ ਨੇ ਕਿ ਜਿਹੜੀ ਪੀਸੀਓਡੀ ਹੈ ਪੀਸੀਓਡੀ ਬਹੁਤ ਜ਼ਿਆਦਾ ਇੱਕ ਨਾ
ਪਪੂਲਰ ਜਿਹਾ ਇਹ ਵਰਡ, ਕਾਮਨ ਜਿਹਾ ਵਰਡ ਬਣ ਚੁੱਕਿਆ ਹੈ, ਹਰ ਜਗ੍ਹਾ PCOD ਹੋ ਰਹੀ ਹੈ ਨਾ। ਤੇ ਲੋਕ ਸੋਚਦੇ ਨੇ ਕਿ ਹਾਰਮੋਨਲ ਜਿਹੜੀ ਇੰਬੈਲੈਂਸ ਹੈ ਉਹ ਸਿਰਫ PCOD ਹੈ, ਉਸ ਤੋਂ ਇਲਾਵਾ ਉਹਨਾਂ ਨੂੰ ਨਹੀਂ ਪਤਾ ਕਿ ਪਹਿਲਾਂ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਕਿ PCOD ਕੀ ਹੈ। ਠੀਕ ਹੈ, PCOD ਕੀ ਹੈ ਪਹਿਲਾਂ ਤੁਸੀਂ ਉਹ ਦੱਸੋ, ਫਿਰ ਉਸ ਤੋਂ ਬਾਅਦ ਇਹ ਵੀ ਦੱਸੋ ਕਿ PCOD ਹੀ ਇਕੱਲੀ ਹਾਰਮੋਨਲ ਇੰਬੈਲੈਂਸ ਦੇ ਵਿੱਚ ਆਉਂਦੀ ਹੈ ਜਾਂ ਫਿਰ ਹਾਰਮੋਨਲ ਇੰਬੈਲੈਂਸ ਦੇ ਵਿੱਚ ਹੋਰ ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਆ ਸਕਦੀਆਂ ਨੇ, ਕਿਉਂਕਿ ਜਿਵੇਂ ਆਪਾਂ ਦੇਖਦੇ ਕਿ ਡਾਇਬੀਟੀਜ਼ ਵੀ ਇੱਕ ਹਾਰਮੋਨਲ ਇੰਬੈਲੈਂਸ ਦਾ ਪਾਰਟ ਹੈ, ਤੇ ਉਸ ਤੋਂ ਇਲਾਵਾ ਹੋਰ ਕੀ? ਦੇਖੋ, ਪੂਰੀ ਦੀ ਪੂਰੀ ਜਿਹੜੀ ਤੁਹਾਡੀ ਹਿਊਮਨ ਬਾਡੀ ਹੈ ਉਹ ਕੈਮੀਕਲਸ ਦਾ ਇੱਕ ਸੰਗ੍ਰਹਿ ਹੈ। ਠੀਕ ਹੈ, ਬਹੁਤ ਜ਼ਿਆਦਾ ਕੈਮੀਕਲਸ ਉਹਦੇ ਵਿੱਚ ਰਸ਼ ਕਰ ਰਹੇ ਹਨ, ਤੇ ਹੁਣ ਇਹ ਜਿੰਨੀਆਂ ਵੀ ਤੁਸੀਂ ਪ੍ਰੋਬਲਮਸ ਦੇ ਨਾਮ ਲਏ ਇਹ ਸਾਰੇ ਹਾਰਮੋਨਲ ਇੰਬੈਲੈਂਸ ਹੀ ਹੁੰਦੇ ਆ। ਤਾਂ ਅਸੀਂ ਪਹਿਲੀ ਗੱਲ ਕਰਦੇ ਹਾਂ PCOD ਦੀ, ਜਿਹਦੀ ਫੁੱਲ ਫਾਰਮ ਜਿਹੜੀ ਹੁੰਦੀ ਹੈ ਉਹ ਪੋਲੀਸਿਸਟਿਕ ਓਵਰੀ ਸਿੰਡਰੋਮ ਹੈ, ਜੋ ਕਿ ਫੀਮੇਲਸ ਦੇ ਵਿੱਚ ਹੁੰਦੀ ਹੈ। ਠੀਕ ਹੈ, ਵੂਮਨ ਹੈਲਥ ਦੇ ਵਿੱਚ ਜਦੋਂ ਵੀ ਇੱਕ ਲੜਕੀ ਪੀਰੀਅਡਸ ਜਿਹਨੂੰ ਆਉਣੇ ਸਟਾਰਟ ਹੋ ਜਾਂਦੇ ਆ, ਉਸ ਤੋਂ ਬਾਅਦ ਜਿਹੜਾ ਉਹਦਾ ਓਵੇਰੀਅਨ ਸਿਸਟਮ ਹੁੰਦਾ ਹੈ, ਜਦੋਂ ਉਹਦੇ ਵਿੱਚ ਛੋਟੇ ਸਿਸਟ ਬਣਨੀਆਂ ਸ਼ੁਰੂ ਹੋ ਜਾਂਦੀਆਂ, ਯਾਨੀ ਕਿ ਗੱਠਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਦੈਟ ਇਜ਼ ਨੋਨ ਐਜ਼ ਦੀ ਪੋਲੀਸਿਸਟਿਕ ਓਵਰੀ ਸਿੰਡਰੋਮ। ਠੀਕ ਹੈ, ਸੋ ਇਸ ਤੋਂ ਇਲਾਵਾ ਹੁਣ ਜਿਹੜੀਆਂ ਪ੍ਰੋਬਲਮਸ ਹੈ ਜਿਹੜੀਆਂ ਹਾਰਮੋਨ ਇੰਬੈਲੈਂਸ ਦੇ ਨਾਲ ਆਉਂਦੀਆਂ, ਇਨਸੂਲਿਨ ਦੇ ਇੰਜੈਕਸ਼ਨ ਲਗਾਏ ਜਾਂਦੇ ਆ। ਸੋ ਇਨਸੂਲਿਨ ਕੀ ਹੈ? ਕੋਈ ਦਵਾਈ ਨਹੀਂ ਹੈ, ਇਹ ਹਾਰਮੋਨ ਹੈ। ਠੀਕ ਹੈ, ਜਿਹੜੀ ਸਾਡੀ ਬਾਡੀ ਰਿਲੀਜ਼ ਕਰਦੀ ਹੈ ਜਦੋਂ ਅਸੀਂ ਸ਼ੂਗਰ ਖਾਂਦੇ ਹਾਂ, ਉਹਨੂੰ ਡਾਈਜੈਸਟ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸੋ ਅਗਰ ਇਨਸੂਲਿਨ ਘਟ ਜਾਂਦੀ ਹੈ ਸਾਡੀ ਬਾਡੀ ਦੇ ਵਿੱਚ ਤਾਂ ਤੁਹਾਨੂੰ ਡਾਇਬੀਟਿਸ ਟਾਈਪ 2 ਹੋ ਜਾਂਦਾ ਹੈ। ਠੀਕ ਹੈ, ਹੁਣ ਥਾਇਰੋਇਡ ਜਿਹੜਾ ਹੈ ਉਹ ਵੀ ਜਿਹੜਾ ਹਾਰਮੋਨਲ ਇੰਬੈਲੈਂਸ ਹੀ ਹੁੰਦਾ ਹੈ। ਤਾਂ ਥਾਇਰੋਇਡ ਦੇ ਵਿੱਚ ਵੀ ਸਾਡੇ ਕੋਲ ਥਾਇਰੋਕਸਿਨ T3, T4 ਜਿਹੜੇ ਹੁੰਦੇ ਆ, ਦੋ ਤਰ੍ਹਾਂ ਦੇ ਹਾਰਮੋਨਸ ਹੁੰਦੇ ਆ, ਉਹਨਾਂ ਦਾ ਘਟਣਾ ਤੇ ਵਧਣਾ, ਹਾਈਪਰਥਾਇਰੋਇਡ ਤੇ ਹਾਈਪੋਥਾਇਰੋਇਡ ਹੋ ਜਾਂਦਾ। ਠੀਕ ਹੈ, ਰਾਤ ਨੂੰ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਇਨਸੋਮਨੀਆ, ਤਾਂ ਇਹ ਵੀ ਸਾਡਾ ਜਿਹੜਾ ਮੈਲਾਟੋਨਿਨ ਜਿਹੜਾ ਹਾਰਮੋਨ ਹੈ ਉਹ ਘੱਟ ਰਿਲੀਜ਼ ਹੋਣ ਲੱਗ ਜਾਂਦਾ ਜਾਂ ਫਿਰ ਵੱਧ ਰਿਲੀਜ਼ ਹੋਣ ਲੱਗ ਜਾਂਦਾ, ਉਸ ਦੇ ਕਰਕੇ ਹੁੰਦਾ। ਇਸ ਤੋਂ ਇਲਾਵਾ ਤੁਹਾਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੋ ਸਕਦੀ ਹੈ। ਠੀਕ ਹੈ, ਇਹ ਮਤਲਬ ਅਣਗਿਣਤ ਬਿਮਾਰੀਆਂ ਜਿਹੜੀਆਂ ਕਿ ਹਾਰਮੋਨਲ ਇੰਬੈਲੈਂਸ ਦੇ ਨਾਲ ਹੁੰਦੀਆਂ। ਬਟ ਮੋਸਟਲੀ ਲੋਕ ਸੋਚਦੇ ਨੇ ਵੀ ਜਿਹੜਾ ਇਨਸੋਮਨੀਆ ਆਪਾਂ ਨੂੰ ਸਟ੍ਰੈਸ ਦੀ ਵਜ੍ਹਾ ਨਾਲ ਹੁੰਦਾ ਹੈ ਨਾ, ਤੇ ਆਪਾਂ ਅਗਰ ਡਿਪਰੈਸਡ ਹੁੰਦੇ ਆ ਜਾਂ ਫਿਰ ਆਪਣੇ ਮਤਲਬ ਕਿ ਮਾਈਂਡ ਦੇ ਉੱਤੇ ਕੋਈ ਪ੍ਰੈਸ਼ਰ ਹੁੰਦਾ, ਇਸ ਕਰਕੇ ਆਪਾਂ ਸੋ ਨਹੀਂ ਪਾਉਂਦੇ ਜਾਂ ਫਿਰ ਆਪਣੇ ਕੋਈ ਦਿਮਾਗ ਤੇ ਟੈਨਸ਼ਨ ਹੁੰਦੀ ਹੈ, ਕਿ ਇਹ ਚੀਜ਼ ਵੀ ਹਾਰਮੋਨਲ ਇੰਬੈਲੈਂਸ ਦਾ ਪਾਰਟ ਹੈ? ਹਾਂਜੀ, ਦੇਖੋ ਸਟ੍ਰੈਸ ਜਿਹੜਾ ਮੰਨਿਆ ਜਾਂਦਾ, ਦੇਖੋ ਸਟ੍ਰੈਸ ਕੀ ਹੈ? ਇੱਕ ਸਟ੍ਰੈਸ ਹੋਣਾ ਬਹੁਤ ਅੱਛਾ ਹੈ, ਜੋ ਮੈਂ ਮੰਨਦੀ ਹਾਂ, ਲੇਕਿਨ ਬਹੁਤ ਘੱਟ ਅਮਾਊਂਟ ਦੇ ਵਿੱਚ। ਪਰ ਜੇ ਤੁਸੀਂ ਰੈਗੂਲਰ ਸਟ੍ਰੈਸ ਲੈ ਰਹੇ ਹੋ, ਉਹਨੂੰ ਕਹਿੰਦੇ ਹਾਂ ਅਸੀਂ ਕ੍ਰੋਨਿਕ ਸਟ੍ਰੈਸ, ਉਹ ਬੁਰਾ। ਠੀਕ ਹੈ, ਸੋ ਕ੍ਰੋਨਿਕ ਸਟ੍ਰੈਸ ਕੀ ਕਰੇਗਾ? ਤੁਹਾਡੇ ਕਿਡਨੀ ਦੇ ਉੱਪਰ ਕੁਝ ਗਲੈਂਡ ਹੁੰਦੇ ਆ, ਉੱਥੋਂ ਦੀ ਤੁਹਾਡੇ 2 ਹਾਰਮੋਨ ਰਿਲੀਜ਼ ਹੋਣਗੇ, ਤੇ ਉਹ ਹਾਰਮੋਨ ਜਾ ਕੇ ਸਭ ਤੋਂ ਪਹਿਲਾਂ ਅਟੈਕ ਕਰਨਗੇ ਤੁਹਾਡੇ ਡਾਈਜੈਸਟਿਵ ਸਿਸਟਮ ਦੇ ਉੱਤੇ, ਜਾਂ ਤੁਹਾਡੀ ਭੁੱਖ ਘਟਣ ਲੱਗ ਜਾਏਗੀ ਜਾਂ ਫਿਰ ਵਧਣ ਲੱਗ ਜਾਏਗੀ। ਇਸ ਦੇ ਨਾਲ ਇਹ ਹੋਏਗਾ। ਠੀਕ ਹੈ, ਸੋ ਤੁਹਾਡਾ weight gain ਹੋਣ ਲੱਗ ਜਾਏਗਾ। ਸੈਕਿੰਡ ਚੀਜ਼ ਆਏਗੀ ਤੁਹਾਡਾ ਹਾਰਟ ਬੀਟ, ਉਹ ਫਾਸਟ ਹੋ ਜਾਏਗੀ, ਤੁਹਾਡਾ BP ਜਿਹੜਾ ਉਹ ਇਨਕਰੀਜ਼ ਹੋਣ ਲੱਗ ਜਾਏਗਾ। ਜਿਵੇਂ ਤੁਹਾਡੀ ਹਾਰਟ ਬੀਟ ਫਾਸਟ ਹੋਏਗੀ, ਉਹਦੇ ਨਾਲ ਕੀ ਹੋਏਗਾ? ਤੁਹਾਡਾ ਜਿਹੜਾ ਤੁਹਾਡਾ ਬਲੱਡ ਹੈ ਉਹਨੂੰ ਲੱਗੇਗਾ, ਤੁਹਾਡਾ ਜਿਹੜਾ ਹਾਰਟ ਹੈ ਉਹਨੂੰ ਲੱਗੇਗਾ ਬਹੁਤ ਕੰਮ ਹੋ ਰਿਹਾ ਹੈ, ਫਟਾਫਟ ਜਿਹੜਾ ਗਲੂਕੋਜ਼ ਹੈ ਉਹ ਤੁਹਾਡੀ ਬਾਡੀ ਦੇ ਵਿੱਚ ਰਿਲੀਜ਼ ਹੋ ਜਾਏਗਾ। ਸੋ ਜ਼ਿਆਦਾ ਗਲੂਕੋਜ਼ ਰਿਲੀਜ਼ ਹੋ ਜਾਏਗਾ ਤਾਂ ਤੁਸੀਂ ਐਕਟਿਵ ਫੀਲ ਕਰੋਗੇ, ਬਟ ਪਲੱਸ ਨਾਲ ਦੇ ਨਾਲ ਤੁਹਾਨੂੰ ਡਾਇਬੀਟਿਸ ਹੋਣ ਦਾ ਖਤਰਾ ਹੋ ਜਾਏਗਾ। ਤਾਂ ਇਹ ਸਾਰੀਆਂ ਚੀਜ਼ਾਂ ਸਟ੍ਰੈਸ ਕਰਦੀ ਹੈ। ਸੋ ਸਟ੍ਰੈਸ ਦੇ ਉੱਤੇ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਜਿਹੜਾ ਕੰਮ ਹੋ ਰਿਹਾ, ਵਰਕ ਕੀਤਾ ਜਾ ਰਿਹਾ ਹੈ, ਔਰ ਸਟ੍ਰੈਸ ਇਜ਼ ਵਨ ਆਫ ਦੀ ਮੇਜਰ ਫੈਕਟਰ ਆਫ ਦੀ ਹਾਰਮੋਨਲ ਇੰਬੈਲੈਂਸ ਐਜ਼ ਵੈਲ ਐਜ਼ ਬਹੁਤ ਹੀ ਜ਼ਿਆਦਾ ਡਿਜ਼ੀਜ਼ਸ ਜਿਹੜੀਆਂ ਉਹ ਸਟ੍ਰੈਸ ਦੇ ਨਾਲ ਹੁੰਦੀਆਂ। ਇਹ ਸਟ੍ਰੈਸ ਇਜ਼ ਦੀ ਬਿਗੇਸਟ ਕੀ ਆਫ ਯਰ ਹਾਰਮੋਨਲ ਇੰਬੈਲੈਂਸ। ਜੀ, ਆਪਾਂ ਗੱਲ ਕੀਤੀ ਹਾਰਮੋਨਲ ਇੰਬੈਲੈਂਸ ਦੀ, ਹੈ ਨਾ, ਤੇ ਹਾਰਮੋਨਲ ਇੰਬੈਲੈਂਸ ਨੂੰ, ਇਹ ਚੀਜ਼ਾਂ ਨੂੰ ਕਿਉਰ ਕਿਵੇਂ ਕੀਤਾ ਜਾ ਸਕਦਾ ਹੈ? ਜਿਹੜੇ ਦੇ ਸਿੰਪਟਮਸ ਤੁਸੀਂ ਦੱਸੇ, ਇਹਨਾਂ ਨੂੰ ਕਿਉਰ ਕਿਵੇਂ ਕੀਤਾ ਜਾ ਸਕਦਾ? ਇਨ ਸ਼ਾਰਟ, ਬਾਕੀ ਡਿਟੇਲਸ ਇਹਦੀ ਸਟੇਜਸ ਦੀ ਆਪਾਂ ਨੈਕਸਟ ਟਾਈਮ ਕਰਾਂਗੇ, ਬਟ ਇਸ ਤੋਂ ਪਹਿਲਾਂ ਕਿ ਜਿਹੜੀ ਛੋਟੇ ਇਨ ਸ਼ਾਰਟ ਦੇ ਵਿੱਚ ਇੱਕ ਸਮਰੀ 'ਚ ਤੁਸੀਂ ਦੱਸੋ ਕਿ ਅੱਬਾ ਇਹਨੂੰ ਕਿਉਰ ਕਿਵੇਂ ਕੀਤਾ ਜਾ ਸਕਦਾ, ਜਿਹੜੀਆਂ ਇਹਦੇ ਨਾਲ ਡਿਸੀਜ਼ਸ ਫੈਲਦੀਆਂ ਨੇ, ਜਾਂ ਫਿਰ ਤੁਸੀਂ ਹੈ ਨਾ ਛੋਟੇ ਸਿੰਪਟਮਸ ਨੇ ਉਹਨਾਂ ਤੋਂ ਬਚ ਕਿਵੇਂ ਸਕਦੇ ਹੋ, ਜਿਹੜੇ ਤੁਹਾਨੂੰ ਲੱਗਦੇ ਵੀ ਤੁਹਾਡੇ ਸ਼ੁਰੂ ਹੋ ਗਏ ਉਹਨਾਂ ਨੂੰ ਪਹਿਲਾਂ ਤੋਂ ਹੀ, ਕਿ ਉਹਨਾਂ ਦੀਆਂ ਜੜ੍ਹਾਂ ਨਾ ਬਣ ਜਾਣ, ਉਹ ਛੋਟੀਆਂ ਚੀਜ਼ਾਂ, ਉਹ ਪੁਆਇੰਟਸ। ਬਿਲਕੁਲ, ਦੇਖੋ ਜਿਹੜਾ ਆਯੁਰਵੇਦ ਹੈ ਉਹ ਕੀ ਕਹਿ ਰਿਹਾ ਕਿ ਬਿਮਾਰੀ ਹੋਣੀ ਹੀ ਨਹੀਂ ਚਾਹੀਦੀ। ਸਾਡਾ ਸਰੀਰ ਬਿਮਾਰੀਆਂ ਨੂੰ ਘਰ ਕਰਨ ਲਈ ਨਹੀਂ ਹੈ, ਜਦ ਕਿ ਉਹਨਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਆਪਣੀ ਬਾਡੀ ਨੂੰ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਉਹਨੂੰ ਫਲਰਿਸ਼ ਕਰਨ ਲਈ ਹੈ। ਠੀਕ ਹੈ, ਤਾਂ ਅਸੀਂ ਉਸ ਨੂੰ ਕਿਵੇਂ ਠੀਕ ਰੱਖਣਾ ਹੈ? ਫਸਟ ਥਿੰਗ ਜਿਹੜੀ ਤੁਸੀਂ ਕਰਨੀ ਹੈ, ਅਸੀਂ ਘਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਦੇ ਹਾਂ? ਖਾਣਾ ਬਣਾਉਂਦੇ ਹਾਂ, ਤਾਂ ਕਿਸ ਤਰ੍ਹਾਂ ਦੇ ਆਇਲ ਸਾਨੂੰ ਯੂਜ਼ ਕਰਨੇ ਚਾਹੀਦੇ ਆ, ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਤਾਂ ਹਮੇਸ਼ਾ ਜਿਹੜੇ ਆਇਲਸ ਹੈ ਤੁਹਾਡੇ ਉਹ ਕੋਲਡ ਪ੍ਰੈਸਡ ਹੋਣੇ ਚਾਹੀਦੇ ਆ। ਜੋ ਪੁਰਾਣੇ ਜ਼ਮਾਨੇ ਦੇ ਵਿੱਚ ਕੱਚੀ ਕਹਾਣੀ ਜਿਹਨੂੰ ਅਸੀਂ ਕਹਿੰਦੇ ਸੀ, ਉਹ ਵਾਲੇ ਆਇਲਸ ਹੋਣੇ ਚਾਹੀਦੇ ਆ। ਅੱਜ ਕੱਲ੍ਹ ਸੈਚੂਰੇਟਿਡ ਆਇਲਸ ਆਉਣ ਲੱਗ ਗਏ। ਹਾਂਜੀ, ਬਿਲਕੁਲ, ਮੈਂ ਉਹੀ ਗੱਲ ਕਰਨ ਲੱਗੀ ਸੀ ਕਿ ਵੀ ਵੈਸਟਰਨ ਆਇਲਸ, ਜਿਹਨੂੰ ਆਪਾਂ ਐਵੋਕਾਡੋ ਆਇਲ ਜਾਂ ਫਿਰ ਆਪਾਂ ਓਲਿਵ ਆਇਲ ਕਹਿ ਸਕਦੇ ਹਾਂ, ਇਹ ਲੋਕ ਖਾਣਾ ਬਹੁਤ ਪਸੰਦ ਕਰਦੇ ਨੇ। ਕਿ ਵਾਕਈ ਤੁਹਾਨੂੰ ਲੱਗਦਾ ਵੀ ਆਪਣੀ ਸਿਹਤ ਲਈ ਸਹੀ ਨੇ ਇਹ, ਵੀ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਇਨ ਆਪਣੀ ਰੂਟੀਨ ਲਾਈਫ ਦੇ ਵਿੱਚ? ਇਸ ਦੇ ਉੱਤੇ ਮੈਂ ਤੁਹਾਨੂੰ ਇੱਕ ਡਾਇਲੋਗ ਕਵਾਂਗੀ, ਜਿਹੜਾ ਕਿ ਅਸੀਂ ਕਹਿੰਦੇ ਹਾਂ, ਜੈਸਾ ਦੇਸ਼ ਵੈਸਾ ਭੇਸ਼। ਤਾਂ ਤੁਸੀਂ ਜਿਹੜੀ ਜਗ੍ਹਾ ਦੇ ਉੱਤੇ ਰਹਿ ਰਹੇ ਹੋ, ਸਪੋਜ਼ ਤੁਸੀਂ ਪੰਜਾਬ ਤੋਂ, ਤਾਂ ਇੱਥੇ ਸਰਸੋਂ ਬਹੁਤ ਜ਼ਿਆਦਾ ਹੁੰਦੀ ਹੈ, ਰਾਈਟ? ਤਾਂ ਸਾਨੂੰ ਮਸਟਰਡ ਆਇਲ ਸਾਡੇ ਲਈ ਬੈਸਟ ਹੈ।
ਪਲੱਸ ਹੁਣ ਜਿਵੇਂ ਜਿਹੜੇ ਲੋਕੀ ਕੇਰਲਾ ਵਾਲੀ ਸਾਈਡ ਦੇ ਉੱਤੇ ਆ ਤਾਂ ਉਹਨਾਂ ਨੂੰ ਕੋਕੋਨਟ ਆਇਲ ਲੈਣਾ ਚਾਹੀਦਾ ਤਾਂ ਜਿਹੜੀ ਜਗ੍ਹਾ ਤੇ ਤੁਸੀਂ ਹੋ ਪਰਮਾਤਮਾ ਨੇ ਉਸ ਜਗ੍ਹਾ ਦੇ ਉੱਤੇ ਉਸੇ ਤਰ੍ਹਾਂ ਦੇ ਹੀ ਪੇੜ ਉਗਾ ਰੱਖੇ ਆ ਉਸੇ ਤਰ੍ਹਾਂ ਦੀ ਖੇਤੀ ਕੀਤੀ ਯਾਨੀ ਕਿ ਸੀਜ਼ਨਸ ਵੀ ਨਾ ਚੀਜ਼ਾਂ ਤੇ ਇਫੈਕਟ ਕਰਦੇ ਨੇ ਸੀਜ਼ਨਲ ਐਸ ਵੈਲ ਐਸ ਰੀਜਨਲ ਕਿ ਤੁਸੀਂ ਜਿੱਥੇ ਹੋ ਜੋ ਉਗ ਰਿਹਾ ਜਿਸ ਟਾਈਮ ਦੇ ਉੱਤੇ ਉਗ ਰਿਹਾ ਉਹ ਵਾਲੀਆਂ ਚੀਜ਼ਾਂ ਹੀ ਲੈਣੀਆਂ ਚਾਹੀਦੀਆਂ ਇਹ ਜਿਹੜੀਆਂ ਹਾਈਪ ਹੋ ਗਿਆ ਅੱਜ ਕੱਲ olive oil ਐਵੋਕਾਡੋ ਆਇਲ ਇਹ ਬਾਹਰ ਵੈਸਟਰਨ ਕਲਚਰ ਉਹਨਾਂ ਉਸ ਜਗ੍ਹਾ ਦੇ ਉੱਤੇ ਹੁੰਦਾ ਕਿਉਂਕਿ ਉਹਨਾਂ ਲੋਕਾਂ ਨੂੰ ਉਸ ਚੀਜ਼ ਦੀ ਲੋੜ ਹੈ ਦੈਟਸ ਵਾਈ ਤਾਂ ਅਗਰ ਅਸੀਂ ਕਹੀਏ ਕਿ ਪੰਜਾਬ ਦੇ ਵਿੱਚ ਸੇਬ ਉਗ ਰਹੇ ਹਨ ਠੀਕ ਹੈ ਸੋ ਦੈਟ ਇਜ਼ ਨਾਟ ਪੋਸੀਬਲ ਕਿਉਂਕਿ ਇੱਥੇ ਠੰਡ ਨਹੀਂ ਹੁੰਦੀ ਤਾਂ ਉਹ ਲੋਕਾਂ ਨੂੰ ਸੇਬ ਦੀ ਜ਼ਿਆਦਾ ਲੋੜ ਹੁੰਦੀ ਹੈ ਪੈਦਾਵਾਰ ਉੱਥੇ ਉਹ ਵਾਲੇ ਦੇਸ਼ਾਂ ਦੇ ਵਿੱਚ ਹੈ ਜਿੱਥੇ ਕਿ ਉਹ ਵਾਲੀ ਮਿੱਟੀ ਉਹਦੇ ਅਕੋਰਡਿੰਗਲੀ ਬਣਾਈ ਗਈ ਹੈ ਸੋ ਪਰਮਾਤਮਾ ਸਾਡੇ ਤੋਂ ਬਹੁਤ ਇੰਟੈਲੀਜੈਂਟ ਹੈ ਠੀਕ ਹੈ ਉਹਨੇ ਉਸ ਤਰ੍ਹਾਂ ਦੀ ਕੁਦਰਤ ਨੂੰ ਰਚਿਆ ਜੋ ਸਾਡੀ ਬਾਡੀ ਨੂੰ ਚਾਹੀਦਾ ਬਿਲਕੁਲ ਸੋ ਇਹ ਸਨ ਸਾਡੇ ਨਾਲ ਡਾਕਟਰ ਰੁਪਿੰਦਰ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਾਰਮੋਨਲ ਇੰਬੈਲੈਂਸ ਨੂੰ ਲੈ ਕੇ ਤੇ ਅੱਗੇ ਵੀ ਆਪਾਂ ਹੋਰ ਬਹੁਤ ਸਾਰੀਆਂ ਵੈਲਨੈਸ ਵੀਡੀਓਜ਼ ਜਿਹੜੀਆਂ ਨੇ ਲੈ ਕੇ ਆਵਾਂਗੇ ਹੈਲਥ ਐਕਸਪਰਟ ਨੇ ਤਾਂ ਬਹੁਤ ਸੋਹਣੀਆਂ ਆਪਾਂ ਇਹਨਾਂ ਤੋਂ ਗੱਲਾਂ ਸਿੱਖਾਂਗੇ ਬਾਕੀ ਤੁਹਾਡੇ ਕੋਲ ਜਿਹੜੇ ਵੀ ਕੋਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਕੁਐਸਚਨ ਪੁੱਛਣਾ ਹੋਵੇ ਕੋਈ ਤੁਹਾਨੂੰ ਆਨਸਰ ਚਾਹੀਦਾ ਹੋਵੇ ਹੈਲਥ ਰਿਲੇਟਡ ਤੁਸੀਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਉਹ ਸਵਾਲ ਕਰ ਸਕਦੇ ਹੋ ਸੋ ਆਪਾਂ ਅਗਲੀ ਵੀਡੀਓ ਉਸ ਟੌਪਿਕ ਦੇ ਉੱਤੇ ਬਣਾਵਾਂਗੇ ਸੋ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਡਾਕਟਰ ਰੁਪਿੰਦਰ ਦਾ ਥੈਂਕਸ ਕਰਾਂਗੀ ਮੈਮ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਸਟੂਡੀਓ 'ਚ ਆਏ ਤੇ ਸਾਨੂੰ ਸਾਡੇ ਲੋਕਾਂ ਨਾਲ ਦਰਸ਼ਕਾਂ ਨਾਲ ਜੋ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਹੈਲਥ ਰਿਲੇਟਡ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕੀਤੀਆਂ ਥੈਂਕ ਯੂ ਸੋ ਮਚ ਥੈਂਕ ਯੂ ਨੀਤਿਕਾ ਐਂਡ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਦਰਸ਼ਕਾਂ ਦੇ ਜਿਹੜੇ ਕੁਐਸਚਨ ਹੋਣਗੇ ਉਹਨਾਂ ਨੂੰ ਵੀ ਲਵਾਂਗੇ ਅੱਗੇ ਤੇ ਉਹਨਾਂ ਨੂੰ ਆਨਸਰ ਦੇਵਾਂਗੇ ਥੈਂਕ ਯੂ ਸੋ ਤਦ ਤੱਕ ਲਈ ਸਾਨੂੰ ਦੇਵੋ ਇਜਾਜ਼ਤ ਧੰਨਵਾਦ